ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਕਿਰਪਾ ਸਦਕਾ 36 ਨੰਬਰ ਦੇ ਹੁਕਮ ਤੱਕਰ ਆਪ ਜੀ ਨੇ ਵਿਚਾਰ ਸਰਵਣ ਕੀਤੀ ਹੈ। ਸਤਿਗੁਰੂ ਜੀ ਬਚਨ ਕਰ ਰਹੇ ਸਨ, ਸਿੰਘਾਂ ਦਾ ਪੂਰਾ ਨਾਮ ਲੈ ਕੇ ਬੁਲਾਉਣਾ ਹੈ, ਅੱਧਾ ਨਹੀਂ। ਅੱਜ 37ਵਾਂ ਹੁਕਮ ਜਿਹਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਆਓ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਦਾ ਬਚਨ ਹੈ, ਸ਼ਰਾਬ ਨਹੀਂ ਪੀਣੀ ਤੇ ਪਿਆਉਣੀ। ਸ਼ਰਾਬ ਅਰਥ ਜਿਹੜਾ ਬਚਨ ਹੈ ਇਹ ਅਰਬੀ ਭਾਸ਼ਾ ਦਾ ਹੈ। ਸ਼ਰ ਪਲਸ ਆਬ ਕਹਿੰਦੇ ਪਾਣੀ, ਸਰ ਕਹਿੰਦੇ ਸ਼ਰਾਰਤ ਦਾ ਪਾਣੀ। ਸਤਿਗੁਰਾਂ ਨੇ ਕਿਸੇ ਵੀ ਕਿਸਮ ਦਾ ਨਸ਼ਾ ਸਿੱਖ ਨੂੰ ਉਤੋਂ ਕੋਹਾਂ ਦੂਰ ਕੀਤਾ ਹੈ। ਨਸ਼ਾ ਅਕਾਲ ਪੁਰਖ ਦੇ ਨਾਮ ਦਾ ਹੀ ਸਿੱਖ ਨੂੰ ਹੋਣਾ ਚਾਹੀਦਾ ਹੈ। ਅਮਲ ਸਿੱਖ ਨੂੰ ਪ੍ਰਸਾਦੇ ਦਾ ਹੀ ਹੋਣਾ ਚਾਹੀਦਾ ਹੈ। ਨਸ਼ੇ ਬਹੁਤ ਆ ਦੁਨੀਆ ਦੇ ਵਿੱਚ, ਪਰ ਗੁਰੂ ਪਿਆਰਿਓ ਇੱਕ ਚੀਜ਼ ਕੁਰੈਤਾਂ ਦੇ ਵਿੱਚ ਵੀ ਹੈ, ਤੰਬਾਕੂ ਦਾ ਸੇਵਨ, ਇੱਕ ਸ਼ਰਾਬ, ਜਿਹਦੇ ਵਿੱਚ ਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਨੇ ਆਖਿਆ ਕਿ ਇਹ ਝੂਠਾ ਨਸ਼ਾ ਹੈ, ਇਹ ਸੱਚਾ ਨਸ਼ਾ ਨਹੀਂ ਹੈ। ਝੂਠਾ ਮਦ ਮੂਲ ਨਾ ਪੀਜੇ। ਕਿਉਂਕਿ ਜਿਸ ਵੇਲੇ ਮਨੁੱਖ ਇਸ ਨਸ਼ਿਆਂ ਦਾ ਸੇਵਨ ਕਰਦਾ ਹੈ ਤੇ ਉਹਦਾ ਮਨ ਫਿਰ ਸ਼ਰਾਰਤਾਂ ਕਰਦਾ ਹੈ। ਆਪਣੇ ਆਪ ਦੇ ਵਿੱਚ ਨਹੀਂ ਰਹਿੰਦਾ ਮਨੁੱਖ। ਕੇਵਲ ਦੇਖੋ ਨਾ, ਜਿਹੜੇ ਬਹੁਤ ਸ਼ਰਾਬਾਂ ਪੀਂਦੇ ਜ਼ਿਆਦਾ, ਲੋਕਾਂ ਨੂੰ ਰਾਤ ਨੂੰ ਗਾਲਾਂ ਵੀ ਕੱਢ ਦੇਣਗੇ, ਝਗੜਾ ਵੀ ਕਰ ਲੈਣਗੇ, ਸਵੇਰੇ ਇੰਨੀ ਗੱਲ ਵਿੱਚ ਗੱਲ ਮੁਕਾ ਦਿੰਦੇ ਵੀ ਮੈਂ ਕੁਛ ਜ਼ਿਆਦਾ ਤਾਂ ਨਹੀਂ ਬੋਲਿਆ ਜੀ, ਖਾਧੀ ਪੀਤੀ 'ਚ ਇੰਨੀ 'ਚ ਗੱਲ ਮੁਕਾ ਦਿੰਦੇ। ਪਰ ਇਹ ਮਨ ਨੂੰ ਵੀ ਸ਼ਰਾਰਤੀ ਬਣਾ ਦਿੰਦਾ ਹੈ ਨਸ਼ਾ ਜਿਹੜਾ ਹੈ। ਪਰ ਅਸੀਂ ਸਤਿਗੁਰੂ ਤੋਂ ਅਸ਼ੀਰਵਾਦ ਲੈਣਾ ਹੈ, ਜੋ ਸਤਿਗੁਰੂ ਹੁਕਮ ਕਰ ਰਹੇ ਆ। ਗੁਰਮਤਿ ਦੇ ਵਿੱਚ ਕਿਸੇ ਵੀ ਨਸ਼ੇ ਨੂੰ ਸਤਿਗੁਰੂ ਨੇ ਆਗਿਆ ਨਹੀਂ ਦਿੱਤੀ, ਕਿਉਂਕਿ ਅਸੀਂ ਸਰੀਰ ਨੂੰ ਪਾਲਣਾ ਹੈ, ਸਰੀਰ ਨੂੰ ਗਾਲਣਾ ਨਹੀਂ ਹੈ। ਨਸ਼ਿਆਂ ਦੇ ਨਾਲ ਦੇਖੋ ਨਾ, ਕਿੰਨੇ ਭੈੜੇ ਨਸ਼ੇ, ਅਫੀਮ, ਭੰਗ, ਜਾਂ ਅੱਜ ਕੱਲ੍ਹ ਇੰਨੇ ਨਸ਼ੇ ਆ ਗਏ ਜਿਹਨੂੰ ਪੰਜਾਬ ਦੇ ਵਿੱਚ ਚਿੱਟਾ ਕਹਿੰਦੇ, ਚਿੱਟੇ ਦਾ ਨਸ਼ਾ। ਜਿਹੜੇ ਆਦੀ ਹੋ ਜਾਂਦੇ ਨਾ, ਕਿੰਨੀਆਂ ਜਵਾਨੀਆਂ ਖਤਮ ਹੋ ਗਈਆਂ ਨਸ਼ੇ ਦੇ ਨਾਲ। ਕਿਉਂਕਿ ਛੋਟੇ ਜਿਹੀ ਚੀਜ਼ ਤੋਂ ਮਨੁੱਖ ਸ਼ੁਰੂ ਹੁੰਦਾ ਹੈ। ਜੇ ਅਸੀਂ ਅੱਜ ਸ਼ੌਂਕ ਦੇ ਨਾਲ ਬੱਚੇ ਤਾਸ਼ ਖੇਡਦੇ ਆ, ਤੇ ਉਹ ਜੇ ਹੁਣ ਤਾਸ਼ ਖੇਡਣ ਆ ਗਏ, ਆਦਤ ਪੈ ਗਈ, ਤੇ ਉਹ ਦਿਨ ਦੂਰ ਨਹੀਂ ਆ, ਉਹ ਜੂਏ ਵਾਲਿਆਂ ਦੇ ਵਿੱਚ ਵੀ ਬੈਠ ਸਕਦੇ। ਕਿਉਂਕਿ ਗੱਲ ਸ਼ੁਰੂ ਤੋਂ ਹੁੰਦੀ ਨੇ, ਅਸੀਂ ਤਾਂ ਜੀ ਸੁਪਾਰੀ ਖਾਧੀ, ਅਸੀਂ ਤਾਂ ਜੀ ਆ ਖਾ ਰਹੇ ਹਾਂ, ਪਾਊਚ ਜਿਹੜੇ ਆ, ਗੱਲ ਇੱਥੋਂ ਸ਼ੁਰੂ ਹੁੰਦੀ, ਕਰਦਿਆਂ ਪਾਨ ਤੇ ਪਹੁੰਚ ਜਾਂਦੀ, ਉਹਦੇ ਤੰਬਾਕੂ ਤੇ ਪਹੁੰਚ ਜਾਂਦੀ ਹੈ। ਗੁਰੂ ਸਾਹਿਬ ਜੀ ਨੂੰ ਪੁੱਛਦੇ ਹਾਂ, ਕਬੀਰ ਸਾਹਿਬ ਕਹਿੰਦੇ, ਕਬੀਰ ਭਾਂਗ ਮਾਸਲੀ ਸੁਰਾ ਪਾਨ ਜੋ ਜੋ ਪ੍ਰਾਣੀ ਕਾਏ, ਤੀਰਥ ਵਰਤ ਅਰ ਨੇਮ ਕੀਏ ਸਭੀ ਰਸਾਤਲ ਜਾਏ। ਭੰਗ ਕਹਿੰਦੇ ਭੰਗ ਦਾ ਨਸ਼ਾ,
ਕਈ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਆ ਮਾਸ ਵੀ ਕੀਤਾ ਹੈ। ਕਬੀਰ ਭਾਂਗ ਮਾਛਲੀ ਸੁਰਾਪਨ ਸ਼ਰਾਬ, ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਅਰ ਨੇਮ ਕੀਏ ਸਭੀ ਰਸਾ। ਉਹ ਜਿੰਨੇ ਮਰਜ਼ੀ ਨੇਮ ਕਰਦਾ ਹੋਵੇ, ਜਿਹੜਾ ਨਸ਼ੇ ਕਰਦਾ ਹੈ ਉਹਦਾ ਨੇਮ ਸਾਰਾ ਹੀ ਗਰਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਬਾਣੀ ਕਹਿ ਰਹੀ ਹੈ, ਕਹਿੰਦੇ ਜਿਤ ਪੀਤੇ ਮਤ ਦੂਰ ਹੋਏ ਵਰਲ ਪਵੇ ਵਿੱਚ ਆਏ। ਬਹੁਤ ਕਿਰਪਾ ਜੀਵਨ ਦੇ ਵਿੱਚ ਬਣ ਜਾਂਦੀ ਹੈ ਜਿਸ ਵੇਲੇ ਸਿੱਖ ਨੂੰ ਨਸ਼ਾ ਨਾਮ ਦਾ ਹੋ ਜਾਂਦਾ। ਇਸ ਤੋਂ ਵੱਡਾ ਨਸ਼ਾ ਕੋਈ ਨਹੀਂ। ਗੁਰੂ ਸਾਹਿਬ ਕਹਿੰਦੇ ਇੱਦਾਂ ਦਾ ਨਸ਼ਾ ਹੋ ਜਾਏ, ਭਾਗਾਂ ਵਾਲਿਓ ਸੰਗਤ ਕਰਦੇ ਹੋ, ਬਾਣੀ ਪੜ੍ਹਦੇ ਹੋ, ਨਾਮ ਜਪਦੇ ਹੋ। ਕਹਿੰਦੇ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾ। ਜਿਹੜਾ ਨਸ਼ਾ ਕਰਦਾ ਹੈ ਨਾ, ਉਹ ਨਸ਼ੇ ਤੋਂ ਬਗੈਰ ਰਹਿ ਨਹੀਂ ਸਕਦਾ। ਜਿਹੜੀ ਹਾਲਾਤ ਅੱਜ ਪੰਜਾਬ ਦੀ ਨੌਜਵਾਨੀ ਦੇ ਹਾਲਾਤ ਹੈ, ਬਹੁਤ ਪਰਿਵਾਰ ਗਰਕ ਹੋ ਗਏ, ਖਤਮ ਹੋ ਗਏ, ਨਸ਼ੇ ਦੇ ਵਿੱਚ ਖਤਮ ਹੋ ਗਏ। ਤੇ ਗੁਰੂ ਸਾਹਿਬ ਦਾ ਹੁਕਮ ਹੈ ਭਾਈ ਸ਼ਰਾਬ ਨਹੀਂ ਪੀਣੀ ਤੇ ਨਾ ਪਿਆਉਣੀ ਹੈ। ਪਿੱਛੇ ਆਪਾਂ ਤੰਬਾਕੂ ਦੀ ਵੀ ਗੱਲ ਹੋ ਚੁੱਕੀ ਹੈ। ਅਸੀਂ ਤਾਂ ਪੀਂਦੇ ਨਹੀਂ ਹਾਂ, ਘਰ ਕੋਈ ਆ ਜੇ ਫਿਰ ਉਹਨੂੰ ਪਿਆਉਣੀ ਪੈਂਦੀ ਹੈ। ਅਸੀਂ ਕਿਹੜਾ ਪੀਂਦੇ ਹਾਂ, ਹੁਣ ਰਿਸ਼ਤੇਦਾਰਾਂ ਨੂੰ ਤਾਂ ਪਿਆਉਣੀ ਪਏਗੀ ਨਾ। ਕਾਕਟੇਲ ਪਾਰਟੀਆਂ, ਅਸੀਂ ਪਤਾ ਨਹੀਂ ਕਿਹੜੀਆਂ ਖੁਸ਼ੀਆਂ ਮਨਾ ਰਹੇ ਹਾਂ ਆਪਣੇ ਬੱਚਿਆਂ ਦੀਆਂ ਜ਼ਿੰਦਗੀ ਵਿੱਚ ਆਉਣ ਵਾਸਤੇ, ਉਹਨਾਂ ਦੀ ਗ੍ਰਸਥ ਜੀਵਨ ਵਿੱਚ ਆਉਣ ਲਈ ਪਤਾ ਨਹੀਂ ਕਿਹੜੀ ਖੁਸ਼ੀ ਬਣਾ ਰਹੇ ਹਾਂ। ਜੀਵ ਹੱਤਿਆ ਕਰਕੇ, ਸ਼ਰਾਬਾਂ ਪਿਲਾ ਕੇ ਅਸੀਂ ਕਿਹੜੀਆਂ ਖੁਸ਼ੀਆਂ ਮਨਾਉਂਦੇ ਹਾਂ। ਸਿੱਖ ਹੋ ਕੇ ਸ਼ਰਾਬ ਨਹੀਂ ਪੀਂਦੇ। ਇਹ ਲੋਕਾਂ ਨੇ ਇੱਕ ਲਾਹਨਤ ਬਣਾ ਦਿੱਤੀ ਸਾਡੇ ਉੱਪਰ। ਪਰ ਬਹੁਤ ਭਾਗਾਂ ਵਾਲੇ ਜਿਹੜੇ ਜਿਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਹੋ। ਤੇ ਸਿੱਖ ਨੇ ਨਾ ਸ਼ਰਾਬ ਪੀਣੀ ਹੈ ਤੇ ਨਾ ਪਿਆਉਣੀ। ਇਹ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੁਕਮ ਹੈ। 38ਵਾਂ ਹੁਕਮ ਹੈ ਗੁਰੂ ਪਿਆਰਿਓ, ਭਾਦਨੀ ਨੂੰ ਕੰਨਿਆ ਨਹੀਂ ਦੇਣੀ, ਉਸ ਘਰ ਦੇਣੀ ਹੈ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ। ਭਾਦਨੀ ਕਹਿੰਦੇ ਜਿਹੜਾ ਭੱਦਣ ਕਰਾ ਲੈਂਦਾ, ਮਤਲਬ ਸਿਰ ਵੀ ਤੇ ਮੂੰਹ ਸਿਰ ਮੁੰਨਿਆ ਹੁੰਦਾ ਜਿਹਦਾ, ਹੁਣ ਕਹਿੰਦੇ ਭਾਦਨੀ, ਉਹਨੂੰ ਬੱਚੀ ਨਹੀਂ ਦੇਣੀ। ਵੈਸੇ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਜਿਹੜੇ ਆਨੰਦ ਸੰਸਕਾਰ ਤੁਸੀਂ ਪੜ੍ਹ ਕੇ ਦੇਖੋ, ਉਹਦੇ ਵਿੱਚ ਸਪਸ਼ਟ ਲਿਖਿਆ ਸਿੱਖ ਦਾ ਆਨੰਦ ਗੁਰ ਮਰਜ਼ਾਦਾ ਦੇ ਅਨੁਸਾਰ ਹੋਵੇ। ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੋਣਾ ਚਾਹੀਦਾ ਹੈ। ਕਿਉਂਕਿ ਸਤਿਗੁਰੂ ਨੇ ਕਿਉਂ ਆਖਿਆ, ਇਹਦਾ ਕਾਰਨ ਕੀ ਹੈ? ਇਹਦੇ ਸ਼ਬਦ ਵਰਤੇ ਜਾਂਦੇ ਭਾਦਨੀ, ਸਿਰ ਗੁੰਮ, ਗੁਰਮਤਿ ਵਿੱਚ ਬੰਨਿਆ ਗਿਆ ਸਿਰ ਗੁੰਮ ਕਹਿੰਦੇ ਸ਼ਬਦ। ਕਿਉਂਕਿ ਗੁਰੂ ਸਾਹਿਬ ਚਾਹੁੰਦੇ ਆ, ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਗਲਤ ਸਿੱਖਿਆ ਦੇਵਾਂ। ਗੁਰੂ ਸਾਹਿਬ ਵੀ ਚਾਹੁੰਦੇ ਆ ਵੀ ਮੇਰਾ ਸਿੱਖ ਅਧਿਆਤਮਿਕ ਤੌਰ ਤੇ ਵੀ ਪੂਰਾ ਹੋਵੇ ਔਰ ਦੁਨਿਆਵੀ ਤੌਰ ਤੇ ਵੀ ਪੂਰਾ ਹੋਣਾ, ਸਮਾਜਿਕ ਤੌਰ ਤੇ ਵੀ ਸਿੱਖ ਮੇਰਾ ਪੂਰਾ ਹੋਣਾ ਚਾਹੀਦਾ, ਅਧਿਆਤਮਿਕ ਤੌਰ ਤੇ ਵੀ ਤੇ ਦੁਨਿਆਵੀ ਤੌਰ ਤੇ। ਹੁਣ ਇਹਦਾ ਕਾਰਨ ਕੀ ਆ ਕਿ ਆਪਣੀ ਕੰਨਿਆ ਜਿਹੜੀ, ਆਪਣੀ ਬੱਚੀ ਜਿਹੜੀ ਹੈ ਸਿੱਖ ਨੇ ਸਿਰ ਮੁੰਨੇ ਨੂੰ ਨਹੀਂ ਦੇਣੀ, ਉਸ ਘਰ ਦੇਣੀ ਹੈ ਜਿੱਥੇ ਅਕਾਲ ਪੁਰਖ ਦੇ। ਉਹਦਾ ਕਾਰਨ ਕੀ ਹੈ? ਕਿਉਂਕਿ ਉਹਦੇ ਘਰ ਜਾਏਗੀ, ਦੂਸਰੇ ਘਰ ਜਾਏਗੀ, ਉਹਦੇ ਘਰ ਸਿੱਖ ਥੋੜ੍ਹੇ ਪੈਦਾ ਹੋਏਗਾ। ਜੇ ਸਿੱਖ ਦੇ ਘਰ ਸਿੱਖ ਦੀ ਬੱਚੀ ਜਾਏਗੀ, ਉਹਦੇ ਘਰ ਸਿੱਖ ਪੈਦਾ ਹੋਏਗਾ, ਸਿੱਖੀ ਦੇ ਵਿੱਚ ਵਾਧਾ ਹੋਏਗਾ, ਸਿੱਖੀ ਪਰਿਵਾਰ ਦੇ ਵਿੱਚ ਵਾਧਾ ਹੋਏਗਾ। ਕਿਉਂਕਿ ਹਾਲਾਤ ਜਿਹੜੇ ਅਸੀਂ ਦੇਖਦੇ ਹਾਂ ਕਿ ਸੌਖਾ ਘਰ ਚਾਹੀਦਾ ਹੈ, ਬੱਚੀ ਸਾਡੀ ਸੌਖੀ ਰਵੇ। ਆਮ ਸੋਚ ਹੁੰਦੀ ਹੈ ਨਾ ਵੀ ਕਾਰੋਬਾਰ ਕੀ ਹੈ, ਕਾਰੋਬਾਰ ਕੀ ਹੈ, ਮਕਾਨ ਕਿੱਡਾ ਵੱਡਾ ਹੈ, ਕਾਰੋਬਾਰ ਕੀ ਹੈ, ਕਿੰਨਾ ਕੁ ਪੈਸਾ ਹੈ। ਬਹੁਤ ਘੱਟ ਲੋਕ ਹੈ ਜਿਹੜੇ ਦੇਖਦੇ ਕਿ ਇਹ ਬੱਚਾ ਗੁਰਸਿੱਖ ਹੈ ਕਿ ਨਹੀਂ ਹੈ। ਭਾਵੇਂ ਗਰੀਬ ਹੋਵੇ, ਬੱਚੀ ਨੂੰ ਵਿਆਹ ਦਿਓ ਜੇ ਗੁਰਮਤਿ ਦੇ ਵਿੱਚ ਹੈ, ਸਿੱਖੀ ਦੇ ਵਿੱਚ ਹੈ ਪਰਿਵਾਰ, ਕਿਉਂਕਿ ਉਹਨੂੰ ਸੰਸਕਾਰ ਮਿਲਣਗੇ। ਗਰੀਬੀ ਅਮੀਰੀ ਖਤਮ ਹੋ ਜਾਂਦੀ ਹੈ, ਕੋਈ ਗੱਲ ਨਹੀਂ। ਅੱਜ ਗਰੀਬੀ ਆ, ਕੱਲ੍ਹ ਅਮੀਰੀ ਆ ਜਾਏਗੀ, ਦਿਨ ਬਦਲ ਜਾਂਦੇ ਆ। ਪਰ ਜੇ ਸਿੱਖੀ ਤੋਂ ਟੁੱਟ ਗਏ ਤੇ ਬਹੁਤ ਵੱਡਾ ਨੁਕਸਾਨ ਹੈ, ਬਹੁਤ ਵੱਡਾ ਨੁਕਸਾਨ। ਤੇ ਗੁਰੂ ਸਾਹਿਬ ਨੇ
ਸਾਨੂੰ ਬਹੁਤ ਵੱਡੀ ਮਾਨਤਾ ਦਿੱਤੀ ਹੈ, ਬਹੁਤ ਵੱਡੀ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਹੁਣ ਗੁਰੂ ਸਾਹਿਬ ਇਤਿਹਾਸ ਵਿੱਚ ਵੀ, ਜਿਸ ਤਰ੍ਹਾਂ ਭਾਈ ਆਕਲ ਦਾ ਆਪਾਂ ਕਈ ਵੇਲੇ ਇਤਿਹਾਸ ਪੜ੍ਹਿਆ, ਰਿਸ਼ਤਾ ਕਰ ਦਿੱਤਾ ਬੱਚੀ ਦਾ। ਜਿਸ ਵੇਲੇ ਬਰਾਤ ਆਈ ਉਹਨੂੰ ਪਤਾ ਲੱਗਾ ਵੀ ਇਹ ਤਾਂ ਗੁਰੂ ਘਰ ਨੂੰ ਮੰਨਦੇ ਨਹੀਂ ਹਨ। ਬੜਾ ਰੋਇਆ, ਡੋਲੀ ਚੱਲ ਗਈ, ਇੱਜ਼ਤ ਦਾ ਸਵਾਲ ਹੁੰਦਾ ਸੀ। ਪਰ ਉਹਨੇ ਅਰਦਾਸ ਕੀਤੀ। ਡਰੋਲੀ ਭਾਈ ਦਾ ਪਿੰਡ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਰੁਕੇ ਹੋਏ ਸਨ। ਉਹ ਤਾਂ ਫਰਿਆਦ ਸੁਣਦਾ ਹੈ, ਦੂਰ ਥੋੜ੍ਹੇ ਸਤਿਗੁਰੂ। ਅੰਮ੍ਰਿਤ ਵੇਲਾ ਸੀ, ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ, ਸੰਗਤਾਂ ਬੈਠੀਆਂ। ਉਹ ਡੋਲੀ ਕੋਲ ਦੀ ਨਿਕਲੀ ਆ। ਬੱਚੀ ਨੇ ਆਖਿਆ, ਮੇਰੇ ਵੀਰੋ ਆ ਮੇਰੀ ਡੋਲੀ ਇੱਥੇ ਰੱਖ ਦਿਓ, ਕੀਰਤਨ ਦੀ ਆਵਾਜ਼ ਆ ਰਹੀ ਹੈ। ਜਦੋਂ ਡੋਲੀ ਵਿੱਚੋਂ ਨਿਕਲਦੀ ਹੈ, ਸਾਹਮਣੇ ਦੇਖਦੀ ਹੈ ਗੁਰੂ ਸਾਹਿਬ ਬੈਠੇ, ਤਾਂ ਗੱਲ ਹੀ ਜੀਵਨ ਹੀ ਬਦਲ ਗਿਆ। ਬੱਚੀ ਸਹਿਮੀ ਹੋਈ ਸੰਗਤ ਵਿੱਚ ਬੈਠੀ ਹੈ। ਗੁਰੂ ਸਾਹਿਬ ਨੇ ਬੁਲਾਇਆ, ਕਹਿਣ ਲੱਗੇ, ਬੇਟਾ ਹੁਣ ਜਾ ਨਹੀਂ ਜਾਣਾ ਸਤਿਗੁਰੂ ਮਹਾਰਾਜ। ਕਹਿੰਦੇ, ਬੇਟਾ ਬੜੀ ਉਦਾਸ ਬੈਠੀ ਹੈ। ਉਹਨੇ ਗੱਲ ਦੱਸੀ ਕਿ ਮੇਰਾ ਪਿਤਾ ਬਹੁਤ ਉਦਾਸ ਹੈ, ਬੜਾ ਪਰੇਸ਼ਾਨ ਹੈ। ਮੈਂ ਜਿਹਦੇ ਘਰ ਵਿਆਹੀ ਜਾ ਰਹੀ ਹਾਂ, ਉਹ ਸਿੱਖੀ ਨੂੰ ਮੰਨਦੇ ਨਹੀਂ ਹਨ, ਉਹ ਕਬਰਾਂ ਨੂੰ ਪੂਜਦੇ ਆ, ਸਖੀ ਸਰਵਰ ਨੂੰ ਪੂਜਦੇ। ਕਹਿੰਦੇ, ਬੇਟਾ ਬੈਠ ਜਾ। ਘਰ ਵਾਲਾ ਆ ਗਿਆ ਥੋੜ੍ਹੀ ਦੇਰ ਬਾਅਦ, ਉਹਨੇ ਮੱਥਾ ਟੇਕਿਆ, ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ। ਗੁਰੂ ਸਾਹਿਬ ਨੇ ਪੁੱਛਿਆ, ਤੇਰਾ ਨਾਮ ਕੀ ਹੈ? ਕਹਿਣ ਲੱਗਾ, ਜੀ ਮੇਰਾ ਨਾਮ ਸਾਧੂ ਹੈ। ਕਹਿੰਦੇ, ਸਾਧੂ ਹੁੰਦੇ ਤਾਂ ਸਾਧੂਆਂ ਵਾਲੇ ਕੰਮ ਕਰਨੇ ਚਾਹੀਦੇ। ਸਮਝ ਗਿਆ। ਬਾਣੀ ਪੜ੍ਹਦੇ, ਸਾਧ ਨਾਮ ਨਿਰਮਲ ਤਾਂ ਕਿ ਕਰਮ। ਗੁਰੂ ਸਾਹਿਬ ਮਹਾਰਾਜ ਸਭ ਕੁਝ ਛੱਡ ਦਿਆਂਗੇ, ਸਿੱਖੀ ਦੇ ਦਿਓ। ਘਰ ਗਏ, ਕਬਰਾਂ ਢਾਹ ਦਿੱਤੀਆਂ, ਘਰਦਿਆਂ ਨੇ ਅਲੱਗ ਕਰ ਦਿੱਤਾ। ਬੜੀ ਬਖਸ਼ਿਸ਼। ਇਤਿਹਾਸ ਪੜ੍ਹ ਕੇ ਦੇਖੋ, ਭਾਈ ਸਾਧੂ, ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ, ਭਾਈ ਰੂਪਾ। ਬੜੀਆਂ ਇਤਿਹਾਸ ਵਿੱਚ ਸਾਖੀਆਂ ਉਲਟੀਆਂ। ਜਿਹੜਾ ਗੁਰੂ ਦਾ ਬਣ ਗਿਆ, ਫਿਰ ਗੁਰੂ ਨੂੰ ਉਹਦਾ ਫਿਕਰ ਹੁੰਦਾ ਹੈ। ਜਿਹਨੂੰ ਸਿੱਖੀ ਨਾਲ ਪਿਆਰ ਹੈ, ਤੇ ਗੁਰੂ ਵੀ ਸਿੱਖ ਨਾਲ ਪਿਆਰ ਕਰਦਾ ਹੈ। ਕਿ ਅੱਜ ਲੋੜ ਹੈ, ਜੋ ਅੱਜ ਹਾਲਾਤ ਜਿਹੜੇ ਖਾਸ ਕਰਕੇ ਪੰਜਾਬ ਦੇ ਹਾਲਾਤ ਹੈ, ਉਹਦੇ ਵਾਸਤੇ ਜਿਹੜੀਆਂ ਬੀਬੀਆਂ ਹਨ, ਉਹ ਸਿੱਖ ਬੀਬੀਆਂ ਦੇ ਉੱਪਰ ਮਾਣ ਹੋਣਾ ਚਾਹੀਦਾ। ਬੱਚੀਆਂ ਦੇ ਉੱਪਰ, ਬੱਚਿਆਂ ਨੂੰ ਇੱਕ ਇਹ ਪਰਨ ਕਰਨਾ ਚਾਹੀਦਾ ਕਿ ਅਸੀਂ ਉਹਨਾਂ ਨਾਲ ਵਿਆਹ ਹੀ ਨਹੀਂ ਕਰਾਉਣਾ। ਆਪੇ ਕੇਸ ਰੱਖਣਗੇ, ਜਦੋਂ ਉਹਨਾਂ ਦੇ ਵਿਆਹ ਨਹੀਂ ਹੋਣਗੇ ਆਪੇ ਕੇਸ ਰੱਖਣਗੇ। ਕਿਉਂਕਿ ਉਹ ਫੈਸ਼ਨ ਦੇ ਵਿੱਚ ਦੇਖਾ ਦੇਖੀ ਕੇਸ ਕਤਲ ਕਰਵਾ ਦਿੱਤੇ। ਕਿਉਂਕਿ ਅੱਜ ਜੇ ਕੋਈ ਬਚਾ ਸਕਦਾ ਸਿੱਖੀ ਨੂੰ ਪੰਜਾਬ ਦੇ ਵਿੱਚ, ਉਹ ਸਿੱਖ ਬੱਚੀਆਂ ਬਚਾ ਸਕਦੀ ਹੈ। ਵੀ ਅਸੀਂ ਉਸ ਬੱਚੇ ਨਾਲ ਸ਼ਾਦੀ ਕਰਨੀ, ਉਹਦੇ ਨਾਲ ਹੀ ਆਨੰਦ ਕਾਰਜ ਕਰਾਉਣਾ ਹੈ ਜਿਹੜਾ ਕੇਸਾਧਾਰੀ ਹੈ, ਜਿਹਦੇ ਕੋਲ ਸਿੱਖੀ ਹੈ, ਅਸੀਂ ਉਹਦੇ ਨਾਲ ਆਨੰਦ ਕਾਰਜ ਕਰਾਉਣਾ। ਬਚ ਸਕਦੀ ਸਿੱਖੀ। ਮਹਾਰਾਜਾ ਹੀਰਾ ਸਿੰਘ ਹੋਇਆ ਨਾਭੇ ਰਿਆਸਤ ਦਾ। ਉਹ ਰਿਆਸਤ ਸੀ, ਰਾਜੇ ਸੀ। ਉਹਨਾਂ ਨੇ ਰਾਜੇ ਨੇ ਆਪਣੇ ਬੱਚੀ ਦਾ ਵਿਆਹ ਮਹਾਰਾਜਾ ਹੀਰਾ ਸਿੰਘ ਨੇ ਰਾਜਸਥਾਨ ਦਾ ਇੱਕ ਰਾਜਾ ਸੀ, ਉਹਦੇ ਨਾਲ ਕਰ ਦਿੱਤਾ। ਬੱਚੀ ਜਿਸ ਵੇਲੇ ਆਪਣੇ ਸਹੁਰੇ ਘਰ ਗਈ ਹੈ, ਉਹਨਾਂ ਨੇ ਆਖਿਆ ਵੀ ਸਾਡੇ ਤਾਂ ਰਿਵਾਜ ਹੈ, ਜਿਹੜੀ ਰਾਜੇ ਦੀ ਨਹੁੰ ਬਣਦੀ ਹੈ ਜਾਂ ਜੇ ਸਾਡੇ ਰਾਜਕੁਮਾਰ ਦੀ ਪਤਨੀ ਬਣਦੀ ਹੈ, ਉਹਨੂੰ ਹੁੱਕਾ ਭਰ ਕੇ ਦੇਣਾ ਪੈਂਦਾ। ਮਹਾਰਾਜਾ ਹੀਰਾ ਸਿੰਘ ਗੁਰਮਤੀਆ ਸੀ, ਗੁਰੂ ਘਰ ਨੂੰ ਮੰਨਣ ਵਾਲਾ ਸੀ, ਗੁਰੂ ਤੇ ਸ਼ਰਧਾ ਰੱਖ, ਉਹਦੀ ਬੱਚੀ ਵੀ ਸ਼ਰਧਾ ਰੱਖਣ ਵਾਲੀ ਸੀ। ਉਹਨੇ ਆਖਿਆ, ਮੈਂ ਇਹ ਕੰਮ ਨਹੀਂ ਕਰਦਾ, ਮੈਂ ਸਿੱਖ ਹਾਂ, ਮੈਂ ਹੁੱਕਾ ਭਰ ਕੇ ਕੀ ਨਹੀਂ ਦਿਆਂਗੀ। ਉਹਨਾਂ ਆਖਿਆ ਵੀ ਤੇਰੇ ਪਿਤਾ ਨਾਲ ਗੱਲ ਕਰਾਂਗੇ। ਕਹਿੰਦੇ, ਕਰ ਲਓ। ਉਸ ਬੱਚੀ ਨੇ, ਇਤਿਹਾਸ ਲਿਖਦਾ ਕਿ ਉਸਨੇ ਚਿੱਠੀ ਲਿਖ ਦਿੱਤੀ, ਪਿਤਾ ਜੀ ਤੁਸੀਂ ਬਹੁਤ ਗਲਤ ਕੀਤਾ ਹੈ, ਮੇਰੀ ਸ਼ਾਦੀ ਇੱਥੇ ਕਰਕੇ ਇਹ ਮੇਰੇ ਕੋਲ ਹੁੱਕਾ ਭਰਾਉਣਗੇ। ਮੈਂ ਸਾਰੀ ਜ਼ਿੰਦਗੀ ਬਾਣੀ ਪੜ੍ਹੀ ਹੈ, ਸਿੱਖੀ ਦੇ ਪਹਿਰਾ ਦਿੱਤਾ ਹੈ, ਮੈਂ ਆਪਣੀ ਜਾਨ ਦੇ ਰਹੀ ਹਾਂ। ਉਹ ਚਿੱਠੀ ਲਿਖ ਕੇ ਉਸ ਬੱਚੀ ਨੇ ਰਾਤ ਨੂੰ ਜ਼ਹਿਰ ਖਾ ਕੇ ਆਪਣੇ ਆਪ ਨੂੰ ਖਤਮ ਕਰ ਲਿਆ, ਪਰ ਸਿੱਖੀ ਤੋਂ ਮੁਨਕਰ ਨਹੀਂ ਹੋਇਆ। ਐਸਾ ਇਤਿਹਾਸ ਹੈ ਸਾਡਾ। ਤੇ ਜਿਸ ਵੇਲੇ ਸਤਿਗੁਰੂ ਮਹਾਰਾਜ, ਕਿਉਂਕਿ ਜਿਹੜੇ ਲੋਕ ਗੁਰੂ ਨੂੰ ਦੁਖੀ ਕਰਦੇ ਆ, ਵੀ ਜਿਹੜੇ ਗੁਰੂ ਦੀ ਨਹੀਂ ਮੰਨਦੇ, ਤੇ ਫਿਰ ਅਸੀਂ ਉਹਦੇ ਘਰ ਆਪਣੀ ਬੱਚੀ ਕਿਉਂ ਦੇਣੀ ਹੈ? ਜਿਹੜੇ ਸਿੱਖ ਹੋ ਕੇ ਆਪਣੇ ਕੇਸ ਕਤਲ ਕਰਵਾਉਂਦੇ ਆ, ਸ਼ਰਾਬਾਂ ਪੀਂਦੇ, ਨਸ਼ੇ ਕਰਦੇ, ਉਹਨਾਂ ਦੇ ਘਰ ਅਸੀਂ ਬੱਚੀ ਦੇਣ ਦਾ ਕੀ ਮਤਲਬ ਹੈ? ਉਹਦੇ ਘਰ ਦਿਓ। ਇਹ ਦੇਖੋ, ਭਾਵੇਂ ਗਰੀਬ ਹੋਵੇ, ਅਸੀਂ ਦੇਖਦੇ ਸੌਖਾ ਘਰ ਹੋਣਾ ਚਾਹੀਦਾ, ਗਰੀਬ ਹੋਵੇ ਕਿ ਦਿਨ ਬਦਲ ਜਾਂਦੇ ਆ। ਗੁਰੂ ਸਾਹਿਬ ਜੀ ਨੇ ਸਾਨੂੰ ਪ੍ਰੈਕਟੀਕਲ ਕਰਕੇ ਦਿਖਾਇਆ। ਇਹ ਕਹਾਣੀਆਂ ਸੁਣਾਉਣ ਵਾਸਤੇ ਨਹੀਂ ਇਤਿਹਾਸ, ਇਹ ਕਮਾਉਣ ਵਾਸਤੇ ਸੀ।
ਗੁਰੂ ਅਮਰਦਾਸ ਜੀ ਨੇ ਕਿਹਾ ਉਹਨਾਂ ਦੇ ਮਹਿਲ, ਹੁਣ ਕਹਿਣ ਲੱਗੇ ਬੀਬੀ ਭਾਨੀ ਦਾ ਰਿਸ਼ਤਾ ਕਰਨਾ ਹੈ। ਕਿੱਦਾਂ ਦਾ ਪੁੱਤਰ ਚਾਹੀਦਾ? ਕਹਿੰਦੇ ਜਿੱਦਾਂ ਦਾ ਜੇਠਾ ਘੁੰਮਦਾ। ਕਹਿੰਦੇ ਜੇਠੇ ਵਰਗਾ ਜੇਠਾ ਹੀ ਆ, ਦੂਸਰਾ ਕੋਈ ਨਹੀਂ। ਇਹਦਾ ਤਾਂ ਕੋਈ ਹੈ ਹੀ ਨਹੀਂ, ਨਾ ਮਾਤਾ ਪਿਤਾ, ਨਾ ਇਹਦਾ ਕੋਈ ਕੰਮ ਧੰਦਾ ਹੈ। ਗੁਰੂ ਸਾਹਿਬ ਮਹਾਰਾਜ ਕਹਿੰਦੇ ਹਨ ਇਹਦੇ ਵਰਗਾ ਇਹੀ ਹੈ। ਪਰ ਕੁਛ ਨਹੀਂ ਬੋਲੇ, ਮਾਤਾ ਜੀ ਵੀ ਨਹੀਂ ਕੁਛ ਬੋਲੇ, ਕਿਉਂਕਿ ਸਤਿਗੁਰੂ ਦੇਖਦਾ। ਅਸੀਂ ਦੇਖਦੇ ਹਾਂ ਕੋਠੀਆਂ, ਅਸੀਂ ਦੇਖਦੇ ਹਾਂ ਪੈਸਾ, ਅਸੀਂ ਦੇਖਦੇ ਹਾਂ ਕਾਰੋਬਾਰ, ਗੁਰੂ ਦੇਖਦਾ ਹਿਰਦਾ, ਗੁਰੂ ਅੰਦਰ ਦੇਖਦਾ। ਹਾਂ, ਇਹਦੇ ਇੱਕ ਕਾਰਨ ਇਹ ਵੀ ਹੈ ਕਿ ਲੋਕਾਂ ਨੇ ਬੱਚੀਆਂ ਮਾਰਨੀਆਂ ਸ਼ੁਰੂ ਕੀਤੀਆਂ। ਉਹਦਾ ਕਾਰਨ ਸੀ ਜਿਹੜੇ ਦਹੇਜ ਦਾਜ ਦੇ ਲੋਭੀ ਸਨ, ਉਹਨਾਂ ਕਰਕੇ ਹੋਇਆ। ਜਿਨ੍ਹਾਂ ਲੋਕਾਂ ਦੇ ਕੋਲ ਸਾਈਕਲ ਖੜੀ ਕਰਨ ਵਾਸਤੇ ਜਗ੍ਹਾ ਨਹੀਂ ਹੈ, ਉਹ ਵੀ ਅੱਜ ਪੁੱਛਦੇ ਕਿਹੜੀ ਗੱਡੀ ਦਿਓਗੇ? ਵੀ ਪਹਿਲਾਂ ਜਗ੍ਹਾ ਤਾਂ ਬਣਾ ਲਓ, ਗੱਡੀ ਖੜੀ ਕਰਨਗੇ। ਇੰਨੇ ਲੋਭੀ ਕਿ ਜੋ ਮਿਲਦਾ ਮਿਲ ਜਾਏ, ਵੀ ਤੁਸੀਂ ਆਪਣੇ ਬੱਚਿਆਂ ਨੂੰ ਵੇਚ ਦਿੱਤਾ, ਮੁੱਲ ਪਾ ਦਿੰਦੇ, ਬੱਚਿਆਂ ਦਾ ਮੁੱਲ ਪਾਉਂਦੇ। ਸਤਿਗੁਰੂ ਨੇ ਪੁੱਛਿਆ ਸੀ ਜੇਠਿਆ ਕੀ ਚਾਹੀਦਾ? ਕਹਿੰਦੇ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾ। ਇਹ ਮੇਰੀ ਰਾਹ ਦੀ ਪੂੰਜੀ ਹੈ। ਨਹੀਂ ਜੇਠਿਆ ਕੁਛ ਤਾਂ ਚਾਹੀਦਾ ਹੋਵੇਗਾ ਨਾ, ਦਾਜ ਵਗੈਰਾ। ਕਹਿੰਦੇ ਹਰ ਪ੍ਰਭ ਮੇਰੇ ਬਾਵਲਾ, ਹਰ ਦੇਵੋ ਦਾਨ ਮੇ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਬਰੇ ਮੇਰਾ ਗੱਜ। ਇਹ ਅਸੀਂ ਮਨ ਦੇ ਵਿੱਚ ਪੱਕਾ ਕਰ ਲਈਏ ਵੀ ਲੈਣਾ ਦੇਣਾ ਨਹੀਂ ਹੈ। ਦੇਖੋ ਫਿਰ ਉਹ ਪਰਿਵਾਰਾਂ ਵਿੱਚ ਝਗੜੇ ਕਿਸ ਚੀਜ਼ ਦੇ ਆ, ਤਕਰਾਰ ਕਿਸ ਚੀਜ਼ ਦੇ ਆ, ਮਿਹਣੇ ਮਾਰੇ ਜਾਂਦੇ ਆ, ਤਾਨੇ ਮਾਰੇ ਜਾਂਦੇ ਆ। ਤੂੰ ਕੀ ਲੈ ਕੇ ਆਈ ਸੀ, ਤੇਰੇ ਮਾਂ-ਬਾਪ ਨੇ ਕੀ ਦਿੱਤਾ? ਇਹ ਝਗੜੇ ਵੱਧਦੇ ਆ, ਤਕਰਾਰਾਂ ਵੱਧਦੀਆਂ, ਵਿਚਾਰਾਂ ਨਹੀਂ ਮਿਲਦੀਆਂ, ਪਰਿਵਾਰ ਟੁੱਟ ਜਾਂਦੇ ਆ, ਤਲਾਕ ਹੋ ਜਾਂਦੇ ਆ। ਮੈਂ ਫਿਰ ਅੱਜ ਬੇਨਤੀ ਕਰਦਾ, ਤਲਾਕ ਸ਼ਬਦ ਸਿੱਖੀ ਦੇ ਵਿੱਚ ਨਹੀਂ ਹੈ। ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ, ਆਨੰਦ ਕਾਰਜ ਜਲਦੀ ਕਰੋ ਜੀ, ਜਲਦੀ ਕਰੋ। ਪਰ ਤੁਸੀਂ ਉੱਥੇ ਕਦੇ ਨਹੀਂ ਕਿਹਾ ਰਾਤ ਨੂੰ 2 ਵੱਜ ਜਾਂਦੇ, ਸ਼ਰਾਬਾਂ ਪੀ ਕੇ 2-2 ਵਜੇ ਤੱਕ ਪਾਰਟੀਆਂ ਕਰਦੇ ਹੋ, 4-4 ਦਿਨ ਨੱਚਦੇ ਫਿਰਦੇ ਹੋ। ਜਦੋਂ ਆਨੰਦ ਕਾਰਜ ਹੁੰਦਾ, ਭਾਈ ਸਾਹਿਬ ਜੀ ਜਲਦੀ ਆਨੰਦ ਕਰ, 12 ਤੋਂ ਪਹਿਲਾਂ ਆਨੰਦ ਕਾਰਜ ਕਰਦਾ। ਜਿਸ ਵੇਲੇ ਉਹਨੂੰ ਸਮਝਾਉਣ ਦਾ ਸਮਾਂ ਸੀ, ਅਸੀਂ ਸਮਝਾਏ ਹੀ ਨਹੀਂ। ਸਤਿਗੁਰ ਕਹਿੰਦੇ ਧੰਨ ਧੰਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧੰਨ ਫਿਰ। ਇਹ ਸਰੀਰਾਂ ਦਾ ਮੇਲ ਗ੍ਰਸਤ ਨਹੀਂ ਹੈ, ਵਿਚਾਰ ਵੀ ਤੁਹਾਡੇ ਮਿਲਣੇ ਚਾਹੀਦੇ ਆ। ਤੁਸੀਂ ਗ੍ਰਸਤ ਨੂੰ ਤਾਂ ਹੀ ਮਜ਼ਬੂਤ ਕਰ ਸਕਦੇ ਹੋ, ਤੁਹਾਡੇ ਕੋਲ ਗ੍ਰਸਤ ਦੇ ਵਿੱਚ ਗੁਰਮਤਿ ਦੀ ਖੁਸ਼ਬੂ ਆਉਣੀ ਚਾਹੀਦੀ ਹੈ। ਉਹ ਤਾਂ ਹੀ ਹੋਏਗਾ, ਤਾਂ ਹੀ ਜੀਵਨ ਜਿਹੜਾ ਹੈ ਉਹਦੇ ਵਿੱਚ ਤਬਦੀਲੀ ਆ ਸਕਦੀ ਹੈ। ਉਹਦਾ ਨੁਕਸਾਨ ਸੀ ਤੇ ਅੱਜ ਚੀਜ਼ਾਂ ਅਸੀਂ ਦੇਖਦੇ ਹਾਂ। ਪਰ ਜਿਸ ਵੇਲੇ ਇਹਨੂੰ ਮੁੱਖ ਰੱਖਾਂਗੇ ਨਾ, ਸਿੱਖੀ ਨੂੰ ਮੁੱਖ ਰੱਖ ਕੇ, ਇਹ ਗੁਰੂ ਸਾਹਿਬ ਦੇ ਹੁਕਮ ਹੈ, ਸਿੱਖੀ ਨੂੰ ਮੁੱਖ ਰੱਖ ਕੇ ਜੋ ਗੁਰੂ ਸਾਹਿਬ ਹੁਕਮ ਕਰ ਰਹੇ ਆ, ਭਾਦਨੀ ਸਿਰ ਮੁੰਨੇ ਨੂੰ ਕੰਨਿਆ ਨਹੀਂ ਦੇਣੀ, ਉਸ ਘਰ ਦੇਵਣੀ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ। ਉੱਥੇ ਜਿੱਥੇ ਅਕਾਲ ਪੁਰਖ ਦੀ ਸੁੱਖੀ। ਜੇ ਅਸੀਂ ਇਹ ਬਚਨ ਪੜ੍ਹਦੇ ਰਹੀਏ, ਬੱਚਿਆਂ ਨੂੰ ਸੁਣਾਉਂਦੇ ਰਹੀਏ, ਉਹਨਾਂ ਦੇ ਦਿਮਾਗ ਦੇ ਵਿੱਚ ਪਾਉਂਦੇ ਰਹੀਏ, ਤੇ ਬਹੁਤ ਆਉਣ ਵਾਲਾ ਸਮਾਂ ਸਾਡਾ ਜਿਹੜਾ ਹੈ ਸੁਨਹਿਰੀ ਹੋ ਸਕਦਾ ਹੈ। ਠੀਕ ਹੈ, ਸਾਡੇ ਵੱਸ ਵਿੱਚ ਕੋਈ ਮਾਂ-ਬਾਪ ਨਹੀਂ ਚਾਹੁੰਦਾ ਜਾਂ ਕੋਈ ਸਮਾਜ ਨਹੀਂ ਚਾਹੁੰਦਾ, ਪਰ ਹਾਲਾਤ ਜਿਹੜੇ ਆ, ਜਿਹੜਾ ਅਸੀਂ ਹਾਲਾਤ ਦੇ ਵਿੱਚ ਗੁਜ਼ਰ ਰਹੇ ਹਾਂ, ਉਹ ਤੋਂ ਬਚਣਾ ਬਹੁਤ ਮੁਸ਼ਕਲ ਹੈ। ਪਰ ਜਿੰਨਾ ਪਹਿਰਾ ਦਿੱਤਾ ਜਾਏ, ਵੱਧ ਤੋਂ ਵੱਧ ਦਿੱਤਾ ਜਾਏ, ਇਹਨਾਂ ਹੁਕਮਾਂ ਨੂੰ ਪਾਲਿਆ ਜਾਏ, ਤੇ ਫਿਰ ਦੇਖੋ ਆਪੇ ਆਪਣੇ ਆਪ ਹੀ ਸੁਨਹਿਰੀ। ਹੁਣ ਤੁਸੀਂ ਗੱਡੀ ਚਲਾ ਰਹੇ ਆ, ਇੱਕ ਟਾਇਰ ਤੁਸੀਂ ਟਰੈਕਟਰ ਦਾ ਪਾ ਲਓ, ਇੱਕ ਕਾਰ ਦਾ ਪਾ ਲਓ, ਗੱਡੀ ਥੋੜ੍ਹੀ ਸਹੀ ਚੱਲਣੀ। ਵਿਚਾਰੇ ਨਹੀਂ ਮਿਲਣਗੇ। ਉਹਨੇ ਘੰਟੀ ਵਜਾਉਣੀ ਆ ਕੇ, ਜੇ ਦੂਸਰੇ ਘਰ ਬੱਚੀ ਚਲੇ ਗਈ, ਉਹਨੇ ਤਾਂ ਬਾਣੀ ਪੜ੍ਹਨੀ ਹੈ, ਉਹਨੇ ਜਾ ਕੇ ਘੰਟੀ ਵਜਾਉਣੀ, ਕਿੱਥੇ ਵਿਚਾਰ ਮਿਲ ਸਕਦੇ ਆ? ਤੇ ਇਹ ਤਾਂ ਹੀ ਹੋ ਸਕਦਾ ਕਿ ਸਿੱਖੀ ਦੀ ਜਿਹੜੀ ਵਿਚਾਰਧਾਰਾ ਜੋ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਕਿ ਉੱਥੇ ਬੱਚੀ ਦੇਣੀ ਹੈ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ। 39ਵਾਂ ਬਚਨ ਹੈ, ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ। ਵੀ ਜੋ ਵੀ ਅਸੀਂ ਕਾਰਜ ਕਰਨਾ ਹੈ ਉਹ ਗੁਰਬਾਣੀ ਦੇ ਅਨੁਸਾਰ ਕਰਨਾ। ਸਿੱਖ ਰਹਿਤ ਮਰਜ਼ਾਦਾ 4 ਸੰਸਕਾਰ ਹਨ। ਪਹਿਲਾ ਹੈ ਜਨਮ ਤੇ ਨਾਮ ਸੰਸਕਾਰ, ਦੂਸਰਾ ਹੈ ਆਨੰਦ ਸੰਸਕਾਰ, ਤੀਸਰਾ ਹੈ ਮ੍ਰਿਤਕ ਸੰਸਕਾਰ ਜੋ ਮਰਜ਼ਾਦਾ ਵਿੱਚ ਲਿਖਿਆ, ਚੌਥਾ ਹੈ ਅੰਮ੍ਰਿਤ ਸੰਸਕਾਰ। ਜਨਮ ਹੋਇਆ ਬੱਚੇ ਦਾ, ਬਹੁਤ ਭਾਗਾਂ ਵਾਲੇ ਤੁਸੀਂ। ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ
ਸ਼ਬਦ ਦੇ ਪਹਿਲੇ ਅੱਖਰ ਤੋਂ ਆਪਣੇ ਬੱਚੇ ਦਾ ਅਸੀਂ ਨਾਮ ਰੱਖਦੇ ਹਾਂ। ਇਹ ਮਰਜ਼ਾਦਾ ਹੈ। ਜਨਮ ਤੇ ਨਾਮ, ਇਹ ਸੂਤਕ ਪਾਤਕ ਸਾਡੇ ਵਿੱਚ ਨਹੀਂ ਹੈ। ਮੈਂ ਬਹੁਤ ਬੇਨਤੀ ਕੀਤੀ, ਕਾਫੀ ਇਸ ਗੱਲ ਨੂੰ ਸਮਝਿਆ ਵੀ ਗਿਆ, ਕਿਉਂਕਿ ਅਸੀਂ ਵੀ ਉਹੀ ਬ੍ਰਾਹਮਣ ਸੋਚ ਦੇ ਵਿੱਚ ਹਾਂ। ਬੱਚਾ ਹੋ ਗਿਆ ਜੀ ਚੌਂਕੇ ਚੜਾਉਣਾ, ਮਤਲਬ ਉਹ ਅਪਵਿੱਤਰ ਹੋ ਗਈ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ। ਸਤਿਗੁਰ ਕਹਿੰਦੇ, ਜੇਕਰ ਸੂਤਕ ਮੰਨੀਏ ਸਭ ਤਹਿ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਨੇ ਅਨ ਕੇ ਜੀਆਂ ਬਾਝ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੁਛ। ਸੂਤਕ ਕਿਉਂ ਕਰ ਰੱਖੀਏ? ਸੂਤਕ ਪਵੇ ਰਸੋਈ, ਤੁਹਾਡੀ ਰਸੋਈ ਦੇ ਵਿੱਚ ਸੂਤਕ ਹੈ। ਕਿੱਥੇ ਕਿੱਥੇ ਬਚਾਓਗੇ? ਇੱਕ ਸੋਚ ਸੀ, ਬ੍ਰਾਹਮਣੀ ਸੋਚ ਹੈ, ਬੜਾ ਸਪਸ਼ਟ ਲਿਖਿਆ ਵੀ ਤੁਸੀਂ ਗੁਰੂ ਘਰ ਆਓ, ਅਰਦਾਸ ਕਰੋ, ਜੋ ਹੁਕਮਨਾਮਾ ਆਵੇ ਉਹਦੇ ਉੱਪਰ ਆਪਣੇ ਬੱਚੇ ਦਾ ਨਾਮ ਸੰਸਕਾਰ। ਜਨਮ ਹੋਇਆ ਤੇ ਉਹਦੇ ਉੱਪਰ ਵੀ ਕੋਈ ਵਹਿਮ ਭਰਮ ਨਹੀਂ ਕਰਨਾ। ਜਨਮ ਤੇ ਨਾਮ ਸੰਸਕਾਰ, ਜੋ ਆਪਾਂ ਵਿਚਾਰ ਕਰ ਹੀ ਰਹੇ ਹਾਂ, ਆਨੰਦ ਸੰਸਕਾਰ, ਉਹ ਵੀ ਗੁਰਮਤ ਮਰਜ਼ਾਦਾ ਅਨੁਸਾਰ। ਪਰ ਦੇਖਣ ਵਿੱਚ ਕੀ ਆ ਰਿਹਾ ਹੈ? ਅਸੀਂ ਸਾਰੇ ਤਰ੍ਹਾਂ ਦੇ ਵਿਆਹ ਕਰਦੇ ਹਾਂ, ਇੱਕ ਰਹਿ ਜਾਂਦਾ ਬਾਕੀ। ਰਿੰਗ ਸੈਰਾਮਨੀ ਹੋ ਗਈ, ਅੰਗਰੇਜ਼ਾਂ ਵਾਲਾ ਵਿਆਹ ਕਰ ਲਿਆ। ਜੈਮਾਲਾ ਪਾ ਲਈ, ਹਿੰਦੂਆਂ ਵਾਲਾ ਵਿਆਹ ਹੋ ਗਿਆ। ਫਿਰ ਆਖਰੀ ਵਿੱਚ ਆਨੰਦ ਕਾਰਜ ਕਰਾਉਣਾ ਹੀ ਪੈਣਾ ਨਾ, ਸਮਾਜ ਹੈ। ਬਸ ਇੱਕ ਰਹਿ ਗਿਆ, ਮੁਸਲਮਾਨਾਂ ਵਾਲਾ ਨਿਕਾਹ। ਤੇ ਅਸੀਂ ਸਾਰੇ ਵਿਆਹ ਤਾਂ ਅਸੀਂ ਕਰ ਹੀ ਲਏ। ਸਿੱਖ ਨੇ ਸਿਰਫ ਆਨੰਦ ਕਾਰਜ, ਔਰ ਇੱਕ ਪਤਾ ਨਹੀਂ ਰੀਤ ਕਿੱਥੋਂ ਚੱਲ ਪਈ, ਨਵੀਂ ਚੱਲੀ ਹੈ। ਜਿਹੜਾ ਕੰਮ ਪਹਿਲਾਂ ਹੋਣਾ ਚਾਹੀਦਾ, ਆਨੰਦ ਕਾਰਜ ਪਹਿਲਾਂ, ਉਹ ਆਨੰਦ ਕਾਰਜ ਸਭ ਤੋਂ ਬਾਅਦ ਹੋ ਰਿਹਾ ਹੈ। ਅਸੀਂ ਵਧਾਈ ਕਿਹੜੀ ਦਿੰਦੇ ਹਾਂ? ਵਧਾਈਆਂ ਪਹਿਲਾਂ ਵਧਾਈ 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 ਕਰੀ ਜਾਂਦੇ। ਕਾਹਦੀ ਵਧਾਈ? ਵੀ ਆਨੰਦ ਕਾਰਜ ਤਾਂ ਹੋਇਆ ਹੀ ਨਹੀਂ। ਕਈਆਂ ਦੇ ਰਾਤ ਨੂੰ ਝਗੜੇ ਹੋ ਜਾਂਦੇ, ਕਈ ਤੁਸੀਂ ਸਿਆਣੇ ਬੈਠੇ ਸਾਰੇ, ਕਈ ਜਗ੍ਹਾ ਹੋ ਜਾਂਦਾ ਝਗੜਾ। ਤੇ ਉਹ ਆਨੰਦ ਕਾਰਜ ਦੀ ਮਰਜ਼ਾਦਾ ਜਿਹੜੀ ਹੈ, ਵੈਸੇ ਤਾਂ ਅੰਮ੍ਰਿਤ ਵੇਲਾ ਸੀ, ਵੀ ਸੰਗਤ ਜੁੜਦੀ ਹੈ ਬਹੁਤ, ਕਿਉਂਕਿ ਉਸ ਗ੍ਰਸਤ ਦੇ ਬਹੁਤ ਵੱਡਾ ਇੱਕ ਰਸਮ ਨਹੀਂ ਹੈ, ਇੱਕ ਜੀਵਨ ਹੈ। ਗ੍ਰਸਤ ਜੀਵਨ ਦੇ ਵਿੱਚ ਪ੍ਰਵੇਸ਼ ਕਰਨਾ ਔਰ ਆਨੰਦ ਸੰਸਕਾਰ, ਕਿਉਂਕਿ ਗੁਰੂ ਸਾਹਿਬ ਕਹਿ ਰਹੇ ਗੁਰਬਾਣੀ ਦੇ ਅਨੁਸਾਰ ਕਰਨੇ। ਅਸੀਂ ਘਰ ਦੇ ਵਿੱਚ ਵੀ ਜਿਹੜੇ ਕਾਰਜ ਕਰਨੇ ਆ, ਤੁਸੀਂ ਕਰਦੇ ਵੀ ਹੋ, ਵੀ ਆਨੰਦ ਕਾਰਜ ਤੋਂ ਪਹਿਲਾਂ ਬਾਣੀ ਦਾ ਆਸਰਾ ਲਿਆ ਜਾਂਦਾ ਹੈ ਕਿ ਸਤਿਗੁਰੂ ਮਹਾਰਾਜ ਆਪ ਸਹਾਇਤਾ ਕਰਨੀ ਕਾਰਜਾਂ ਦੇ ਵਿੱਚ। ਹਰੇਕ ਕਾਰਜ ਦੇ ਵਿੱਚ ਆਪਾਂ ਅਰਦਾਸ ਕਰਦੇ ਹਾਂ। ਅਤੇ ਉਹ ਚੀਜ਼ਾਂ ਜਿਹੜੀਆਂ ਹਨ, ਸਾਨੂੰ ਉਹਦੇ ਉੱਪਰ ਗੁਰਬਾਣੀ ਦੇ ਅਨੁਸਾਰ, ਵੀ ਗੁਰਬਾਣੀ ਦੇ ਅਨੁਸਾਰ ਕੀ ਹੈ, ਸਭ ਕਾਰਜ ਜਿਹੜੇ ਆ ਗੁਰਬਾਣੀ ਅਨੁਸਾਰ ਕਰਨੇ। ਉਹ ਕਾਰਜ ਗੁਰਬਾਣੀ ਅਨੁਸਾਰ ਨਹੀਂ ਹੈ ਜਿਹੜੀਆਂ ਅਸੀਂ ਕਾਕਟੇਲ ਪਾਰਟੀਆਂ ਕਰਦੇ ਹਾਂ, ਸ਼ਰਾਬਾਂ ਪਿਲਾਉਂਦੇ, ਇਹ ਗੁਰਬਾਣੀ ਅਨੁਸਾਰ ਨਹੀਂ ਹੈ। ਅਤੇ ਉਸ ਤੋਂ ਬਾਅਦ ਮ੍ਰਿਤਕ ਸੰਸਕਾਰ ਹੈ। ਉਹਦੇ ਵਿੱਚ ਵੀ ਬੜੇ ਵਹਿਮ ਭਰਮ ਜਿਹੜੇ ਆ ਦੇਖਣ ਵਿੱਚ ਆਉਂਦੇ ਆ, ਕਿਉਂਕਿ ਇਹ ਤਾਂ ਜਿਸ ਵੇਲੇ ਸਰੀਰ ਦੇ ਵਿੱਚੋਂ ਸਵਾਸ ਨਿਕਲ ਗਏ, ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕੈਸਣ ਪ੍ਰੇਤ, ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਣੀ ਭੇਤ, ਛੱਡ ਖੜੋਤੇ ਖਿਨੇ ਮਾਹੇ ਜਿਸਿਉ ਲੱਗਾ ਹੇਤ, ਹੱਥ ਮਰੋੜੇ ਤਨ ਕਪੇ ਸ਼ਾਹੋ ਹੋਆ ਸੇਤ। ਸਿੱਖ ਤੇ ਸਿੱਖਣੀ, ਕੋਈ ਵੀ ਅਕਾਲ ਚਲਣਾ ਕਰਦਾ ਹੈ, ਜਿੱਥੇ ਹੈ ਉਹਨੂੰ ਉੱਥੇ ਰਹਿਣ ਦਿਓ। ਅਸੀਂ ਭੁੰਜੇ ਪਾ ਦਿੰਦੇ, ਧਰਤੀ 'ਤੇ ਪਾ ਦਿੱਤਾ, ਵੀ ਉਹਦੇ ਵਾਸਤੇ ਇੱਕ ਮੰਜਾ ਬਣੀ ਜਿਹੜਾ ਲੱਖਾਂ ਕਰੋੜਾਂ ਰੁਪਈਆ ਛੱਡ ਗਿਆ। ਇਹ ਸਾਡੀ ਰੀਤ ਨਹੀਂ ਹੈ, ਇਹ ਬ੍ਰਾਹਮਣੀ ਰੀਤ ਹੈ, ਬ੍ਰਾਹਮਣ ਸੋਚ ਹੈ, ਸਾਡੀ ਰੀਤ ਨਹੀਂ ਹੈ। ਫਿਰ ਹੁਣ ਜੀ ਇਹਦੀ ਬਰਥੀ ਤਿਆਰ ਕਰ ਲਈ, ਇਹਦੀ ਪਰਿਕਰਮਾ ਕਰੋ, ਮੱਥਾ, ਜਿਹੜੀਆਂ ਨੋਹਾਂ ਜੀਂਦਿਆਂ ਨਹੀਂ ਮੱਥਾ ਟੇਕਦੀਆਂ, ਉਹ ਸਮਾਜ ਹੁੰਦਾ ਵੀ ਚਲੋ ਮੱਥਾ ਟੇਕ ਲਓ, ਉਹ ਵੀ ਮਰੀ ਹੋਈ ਵੀ ਯਾਦ ਕਰਦੀ ਹੋਏਗੀ, ਸੱਸ ਸਹੁਰਾ ਕੋਈ ਵੀ ਹੋਵੇ, ਵੀ ਇਹਨਾਂ ਜੀਂਦਿਆਂ ਦਾ ਮੱਥਾ ਨਹੀਂ ਟੇਕਿਆ, ਹੁਣ ਆ ਕੇ ਲੋਕਾਂ ਨੂੰ ਦਿਖਾ ਰਹੇ। ਇਹ ਕੋਈ ਮਰਜ਼ਾਦਾ ਨਹੀਂ, ਮੁਰਦੇ ਨੂੰ ਮੱਥਾ ਟੇਕਣ ਦੀ ਕੋਈ ਮਰਜ਼ਾਦਾ ਨਹੀਂ ਹੈ। ਮੈਨੂੰ ਪਤਾ ਨਹੀਂ ਹੈ ਕਿਸੇ ਨੇ ਮਰਜ਼ਾਦਾ ਸ਼ੁਰੂ ਕੀਤੀ ਹੈ ਜਿਹੜੀ ਗੁਰਦੁਆਰੇ ਦੇ ਗੇਟ 'ਤੇ ਮੱਥਾ ਟੇਕਣਾ, ਇਹ ਸਾਡੀ ਮਰਜ਼ਾਦਾ ਨਹੀਂ ਹੈ। ਹੁਣ ਦੇਖੋ, ਸੋਚ ਲਓ ਕਿਸੇ ਪਿੰਡ ਦੇ ਵਿੱਚ ਇੱਕ ਸਿੱਖ ਰਹਿੰਦਾ ਹੈ, ਇੱਥੋਂ 80 ਕਿਲੋਮੀਟਰ 90 ਕਿਲੋਮੀਟਰ ਪਿੰਡ ਹੈ, ਹੁਣ ਪੂਰਾ ਹੋ ਜਾਣ, ਪਹਿਲਾਂ ਖੰਡਵੇ ਲਿਆਓ ਮੱਥਾ ਟਿਕਾਣ ਲਈ ਗੁਰਦੁਆਰੇ। ਇੱਦਾਂ ਦੀ ਕੋਈ ਰਹਿਤ ਮਰਜ਼ਾਦਾ ਨਹੀਂ ਬਣਾਈ ਵੀ ਜਿਹੜਾ ਅਸੀਂ, ਹੁਣ ਜਿਹੜਾ ਬੰਦਾ ਸਾਰੀ ਜ਼ਿੰਦਗੀ ਗੁਰਦੁਆਰੇ ਨਹੀਂ ਵੜਿਆ, ਜਿਹਨੇ ਆ ਕੇ ਮੱਥਾ ਨਹੀਂ ਟੇਕਿਆ, ਹੁਣ ਉਹ ਮੁਰਦਾ ਕੀ ਮੱਥਾ ਟੇਕਿਆ? ਉਹ 'ਤੇ ਆਕੜਿਆ ਹੁੰਦਾ ਮੁਰਦਾ ਦਾ,
ਉਹਨੇ ਕੀ ਮੱਥਾ ਟੇਕਣਾ ਹੈ। ਇਹ ਸਾਡੀਆਂ ਰੀਤਾਂ ਬਣ ਗਈ ਜੀ। ਅਸੀਂ ਉਹ ਚੀਜ਼ਾਂ ਕਰ ਰਹੇ ਹਾਂ। ਹੁਣ ਅੱਗੇ ਵੀ ਕਈ ਵੇਲੇ ਮੈਂ ਬੇਨਤੀ ਕੀਤੀ, ਹੁਣ ਮੈਂ ਤੁਹਾਨੂੰ ਪੁੱਛਦਾ, ਸ਼ੌਲ ਕਿਹਨੂੰ ਚਾਹੀਦਾ? ਜੀਂਦੇ ਨੂੰ ਚਾਹੀਦਾ, ਮਰੇ ਨੂੰ ਚਾਹੀਦਾ? ਜੀਂਦਿਆਂ ਨੂੰ ਚਾਹੀਦਾ। ਘਿਓ ਕਿਹਨੂੰ ਚਾਹੀਦਾ? ਦੇਸੀ ਘਿਓ। ਜੀਂਦੇ ਬੰਦੇ ਨੂੰ ਤਾਂ ਚਾਹ ਨਹੀਂ ਪਿਲਾਉਂਦੇ, ਉਹਦੇ ਉੱਪਰ ਮੁਰਦੇ ਦੇ ਉੱਪਰ ਦੇਸੀ ਘਿਓ ਪਾ ਦਿੱਤਾ। ਉਹ ਇੱਕ ਨਹੀਂ ਸ਼ੌਲ, ਉਹ ਮਰੇ ਨੂੰ ਹੋਰ ਮਾਰ ਦਿੰਦੇ। ਕਿਸੇ ਦੇ ਉੱਪਰ ਸ਼ੌਲ ਵੀ 20 ਸ਼ੌਲ 15 ਸ਼ੌਲ 20 ਇੰਨੇ ਸ਼ੌਲ ਪਾ ਦਿੰਦੇ। ਠੀਕ ਹੈ, ਜੇ ਥੋੜ੍ਹਾ ਬਹੁਤਾ ਜੋ ਮਰਜ਼ਾਦਾ ਚੱਲਦੀ ਹੈ ਸਮਾਜਿਕ ਤੌਰ 'ਤੇ, ਅਤੇ ਉਹ ਚੀਜ਼ਾਂ ਜਿਹੜੀਆਂ ਮੈਂ ਤਾਂ ਇੱਕ ਦੇਖਿਆ ਹੱਥ ਦੇ ਵਿੱਚ ਪੈਸੇ ਫੜਾਏ ਵੀ, ਉਹਨੇ ਕਿਹੜਾ ਉੱਥੇ ਜਾ ਕੇ ਚਾਹ ਪੀਣੀ ਰਸਤੇ ਵਿੱਚ। ਆਪਣੇ ਸਿੱਖਾਂ ਦੇ ਘਰ ਮੈਂ ਦੇਖਿਆ, ਬੁੜੀ ਮਰ ਗਈ ਕਿਸੇ ਦੀ, ਉਹਨਾਂ ਨੇ ਹੱਥ ਵਿੱਚ ਪੈਸੇ ਰੱਖੇ। ਉਹਦੇ ਕਾਹਦੇ ਵਾਸਤੇ ਰੱਖੇ? ਕਹਿੰਦੇ ਜੀ ਰਸਤੇ ਦਾ ਖਰਚਾ ਹੈ, ਵੀ ਕਿਤੇ ਹੁਣ ਰਸਤੇ ਜਾਏਗੇ ਨਾ, ਗੋਪਾਲ ਮਿਡਵੇ ਆਏਗਾ, ਇੰਦੌਰ ਜਾਂਦੇ ਆ, ਰੋਟੀ ਚਾਹ ਪੀਣੀ ਹੈ, ਨਾਸ਼ਤਾ ਕਰਨਾ ਹੈ। ਇਹ ਰੀਤਾਂ ਜਿਹੜੀਆਂ ਸੀ ਗੁਰਬਾਣੀ ਦੇ ਅਨੁਸਾਰ ਨਹੀਂ ਹੈ, ਗੁਰਬਾਣੀ ਦੇ ਅਨੁਸਾਰ ਨਹੀਂ ਹੈ। ਜੀਂਦਿਆਂ ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸ਼ਰਾਧ ਕਰ, ਜੀਂਦੇ ਮਾਂ ਬਾਪ ਦੀ ਸੇਵਾ ਕਰੋ। ਅਤੇ ਇਹੀ ਸਭ ਕੁਝ ਹੈ। ਜੇ ਆਪਾਂ ਜੀਂਦਿਆਂ ਨੂੰ ਤੰਗ ਕਰਦੇ ਹਾਂ, ਪਰੇਸ਼ਾਨ ਕਰਦੇ ਹਾਂ, ਅਤੇ ਮਰਿਆਂ ਤੋਂ ਬਾਅਦ ਉਹ ਖੁਸ਼ ਥੋੜ੍ਹੇ ਹੋਣਾ, ਨਾ ਗੁਰੂ ਨੇ ਖੁਸ਼ ਹੋਣਾ। ਸਤਿਗੁਰ ਕਹਿੰਦੇ ਭਾਈ ਉਹਨਾਂ ਦੀਆਂ ਅਸੀਸਾਂ ਲਓ, ਮਾਂ ਬਾਪ ਦੀ ਇਹੀ ਸਭ ਤੋਂ ਵੱਡਾ ਸੇਵਾ ਹੈ। ਉਹਦੇ ਵਿੱਚ ਵੀ ਬਹੁਤ ਕੁਝ ਕੀਤਾ ਜਾਂਦਾ, ਪਖੰਡ ਕੀਤੇ ਜਾਂਦੇ ਆ, ਭੋਗ ਆ ਜਾਂਦਾ ਹੈ। ਗੁਰਬਾਣੀ ਅਨੁਸਾਰ ਥੋੜ੍ਹੇ ਆ, ਇਹ ਸਾਰੀ ਬ੍ਰਾਹਮਣੀ ਬਹੁਤ ਘੱਟ ਗਏ। ਤੁਸੀਂ ਇੱਥੇ ਤਾਂ ਬਹੁਤ ਕਿਰਪਾ ਹੋ ਗਈ, ਨਹੀਂ ਤਾਂ ਮੰਜਾ ਵੀ ਚੁੱਕੀ ਲਿਆਉਂਦੇ ਹੁੰਦੇ ਆ, ਬਿਸਤਰਾ ਵੀ, ਫਲ ਫਰੂਟ, ਟੋਕਰੀ ਇੱਦਾਂ ਲਿਆਉਂਦੇ ਜਿੱਦਾਂ ਸ਼ਗਨ ਪਾਉਣ ਹੋਏ ਹੁੰਦੇ, ਇੰਨੀ ਸਜਾਈ ਹੁੰਦੀ ਟੋਕਰੀ ਭੋਗ ਵਾਲੇ ਦਿਨ। ਅਤੇ ਇਹ ਚੀਜ਼ਾਂ ਜਿਹੜੀਆਂ ਉਹ ਕਿਸੇ ਮੁਰਦੇ ਨੇ ਥੋੜ੍ਹੇ ਫਰੂਟ ਖਾਣਾ ਹੈ। ਇਹ ਸਾਰੀਆਂ ਬ੍ਰਾਹਮਣੀ ਸੋਚਾਂ ਜਿਹੜੀਆਂ ਹਨ। ਤੁਹਾਨੂੰ ਉੱਦਾਂ ਤਾਂ ਯਾਦ ਨਹੀਂ ਆਉਂਦੀ ਵੀ ਗ੍ਰੰਥੀ ਰਾਗੀ ਸੇਵਾਦਾਰ ਗੁਰਦੁਆਰੇ ਆ, ਉੱਦਾਂ ਤੁਸੀਂ ਰੋਜ਼ ਲਿਆ ਸਕਦੇ ਫਰੂਟ, ਮਤਲਬ ਮਰੇ ਵਾਲੇ ਦਿਨ ਜ਼ਰੂਰ ਲਿਆਉਣਾ ਹੈ, ਭੋਗ ਵਾਲੇ ਦਿਨ ਫਰੂਟ ਜ਼ਰੂਰ ਲੈਣਾ ਹੈ। ਅਤੇ ਇਹ ਚੀਜ਼ਾਂ ਇਹਦੇ ਉੱਪਰ ਪਹਿਰਾ ਦੇਣ ਦੀ ਜ਼ਰੂਰਤ ਹੈ, ਕਿਉਂਕਿ ਗੁਰੂ ਸਾਹਿਬ ਕਹਿ ਰਹੇ ਸਭ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਅਤੇ ਗੁਰਬਾਣੀ ਅਨੁਸਾਰ। ਕਿਉਂਕਿ ਜਿਹੜਾ ਆਪਣੇ ਅੰਮ੍ਰਿਤ ਸੰਸਕਾਰ ਹੈ, ਇਹ ਤਾਂ ਫਿਰ ਹੁੰਦਾ ਹੀ ਗੁਰਬਾਣੀ ਦੇ ਅਨੁਸਾਰ, 5 ਪਿਆਰਿਆਂ ਦੀ ਰਹਿਨੁਮਾਈ ਦੇ ਵਿੱਚ ਹੁੰਦਾ। ਅਸੀਂ ਕੁਛ ਵੀ ਕਰਨਾ ਗੁਰਬਾਣੀ ਦਾ ਆਸਰਾ ਲੈਣਾ। ਅਸੀਂ ਕਰਦੇ ਨਾ ਛੋਟੀਆਂ ਛੋਟੀਆਂ ਗੱਲਾਂ, ਬਹੁਤ ਭਾਗਾਂ ਵਾਲੇ ਬੈਠੇ, ਮੈਂ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਇੱਕ ਦੂਸਰੇ ਨੂੰ ਜਾਣਦੇ ਹਾਂ, ਤੁਸੀਂ ਕਰਦੇ ਵੀ ਹੋ। ਵੀ ਆਪਾਂ ਕੋਈ ਕੰਮ ਕਰਨ ਲੱਗੇ ਹਾਂ, ਅਰਦਾਸ ਕੀਤੀ ਵੀ ਗੁਰੂ ਸਾਹਿਬ ਨੇ ਕੀ ਹੁਕਮ ਦਿੱਤਾ ਹੈ, ਗੁਰੂ ਸਾਹਿਬ ਕੋ ਆਗਿਆ ਲੈਣੇ ਨਾ, ਗੁਰੂ ਸਾਹਿਬ ਜੀ ਇਹ ਕੰਮ ਕਰਨ ਲੱਗੇ ਆ, ਗੁਰੂ ਸਾਹਿਬ ਹੁਕਮ ਦਿੰਦੇ ਆ। ਨਹੀਂ, ਕਿਸੇ ਪੰਡਤ ਤੋਂ ਨਹੀਂ ਪੁੱਛਣਾ ਕਿਹੜਾ ਦਿਨ ਚੰਗਾ ਕਿਹੜਾ ਦਿਨ ਮਾੜਾ ਹੈ, ਗੁਰਬਾਣੀ ਦੇ ਅਨੁਸਾਰ ਕਰਨਾ ਵੀ ਆਹ ਦਿਨ ਮਾੜੇ ਆ। ਸ਼ਰਾਧਾਂ ਵਿੱਚ ਨਹੀਂ, ਫਿਰ ਅਸੀਂ ਗੁਰਬਾਣੀ ਅਨੁਸਾਰ ਨਹੀਂ ਕਰ ਰਹੇ। ਅਸੀਂ ਸ਼ਰਾਧਾਂ ਵਿੱਚ ਨਹੀਂ ਵਿਆਹ ਕਰਦੇ। ਵੀ ਜਿਹੜੇ ਨਰਾਤਰਿਆਂ ਵਿੱਚ ਹੁੰਦੇ ਆ ਉਹਨਾਂ ਦੇ ਤਲਾਕ ਨਹੀਂ ਹੁੰਦੇ, ਉਹ ਵੀ ਤਾਂ ਝਗੜੇ ਹੁੰਦੇ ਆ ਨਾ ਉਹਨਾਂ ਦੇ ਘਰ ਦੇ ਵਿੱਚ, ਉਹ ਵੀ ਤਾਂ ਦਿਨ ਹਨ। ਇਹ ਤਾਂ ਬ੍ਰਾਹਮਣ ਨੇ ਬਣਾਇਆ, ਸੋਚ ਬ੍ਰਾਹਮਣ ਦੀ ਸੀ। ਅਤੇ ਸਤਿਗੁਰੂ ਮਹਾਰਾਜ ਨੇ ਇੱਥੋਂ ਸਾਨੂੰ ਕੱਢਿਆ ਕਿ ਸਭ ਕਾਰਜਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਅਤੇ ਗੁਰਬਾਣੀ ਅਨੁਸਾਰ ਕਾਰਜ ਕਰਨੇ। ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਸਮੇਂ ਦੀ ਸਮਾਪਤੀ ਹੈ, ਕੱਲ੍ਹ ਫਿਰ ਆਪਾਂ ਅੱਗੇ ਲੜੀਵਾਰ ਵਿਚਾਰ ਕਰਾਂਗੇ। ਕਲਗੀਧਰ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾ ਰਹੇ ਹੋ। ਗੁਰੂ ਸਾਹਿਬ ਮਹਾਰਾਜ ਸਾਰਿਆਂ 'ਤੇ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।